ਤੇ ਘੁੱਗੀ जी ਦਾ ਯੋਗਦਾਨ ਜਿੱਥੇ ਅਸੀਂ ਗੱਲ ਕਰ ਲਈ ਅਦਾਕਾਰਾਂ ਦੇ ਵਿੱਚ ਰਹਿੰਦਾ ਹੈ, ਸਮਾਜ ਸੇਵੀਆਂ ਦੇ ਵਿੱਚ ਵੱਡਾ ਯੂਨਾਈਟਿਡ ਸਿੱਖਸ ਨਾਲ ਜੁੜੇ ਹੋਏ ਨੇ। ਘੁੱਗੀ जी ਪਹਿਲਾਂ ਜਾਣਨਾ ਚਾਹਾਂਗੇ ਕਿਸ ਤਰੀਕੇ ਨਾਲ ਪ੍ਰਬੰਧ ਕੀਤੇ ਜਾ ਰਹੇ ਨੇ ਸੰਸਥਾ ਵੱਲੋਂ। हाँ भाजी यूनाइटेड सिक्स ਤਾਂ ਬੜੀ ਦੇਰ ਤੋਂ ਲੱਗੀ ਹੈ, ਸੇਵਾ ਨਿਭਾ ਰਹੀ ਹੈ ਜੀ। ਸਾਰੇ ਯੋਧੇ ਲੱਗੇ ਹੋਏ ਨੇ, ਪਰ ਅਸੀਂ ਤਾਂ ਭਾਜੀ ਜਦੋਂ ਕਿਤੇ ਟਾਈਮ ਲੱਗਦਾ ਆਈਦਾ ਤੇ ਹੱਥ ਜੋੜ ਕੇ ਜਿੰਨੀ ਕੁ ਹੈ ਨਾ ਜੋ ਸੇਵਾ ਲਾਉਂਦੇ ਨੇ ਆਪਾਂ ਭਾਜੀ ਕੋਸ਼ਿਸ਼ ਕਰੀਦੀ। ਹੁਣ ਤੁਹਾਨੂੰ ਮੈਂ ਦਿਖਾਣਾ ਚਾਹੁੰਦਾ ਭਾਜੀ, ਮੈਂ ਕੁਛ ਇਸ ਸ਼ੇਖੀ ਵਾਸਤੇ ਨਹੀਂ ਕਿ ਅਸੀਂ ਇਹ ਕਰ ਰਹੇ ਹਾਂ, ਫਰਜ਼ ਅਦਾ ਕਰ ਰਹੇ ਹਾਂ। ਔਰ ਮੈਂ ਦਿਖਾਣਾ ਤਾਂ ਚਾਹੁੰਦਾ ਕਿ ਸਾਰਿਆਂ ਨੂੰ ਸਮਝ ਆਵੇ ਕਿ ਆਪਾਂ ਨਾ ਇਸ ਵੇਲੇ ਲੋੜ ਹੈ ਸਮੇਂ ਦੀ। ਇਹਨੂੰ ਤੁਸੀਂ ਇਦਾਂ ਅਟੈਂਡ ਕਰੋ। ਆ ਦੇਖੋ ਭਾਜੀ ਆ ਵਾਟਰਪ੍ਰੂਫ ਟੈਂਟ ਲੱਗ ਗਏ ਨੇ, ਥੱਲੇ ਵੀ ਵਾਟਰਪ੍ਰੂਫਿੰਗ ਹੈ ਇਹਦੀ। ਇਹਨੂੰ ਜਦੋਂ ਭਾਜੀ ਇਹਨਾਂ ਨੇ ਅੰਦਰੋਂ ਜ਼ਿੱਪਰ ਬੰਦ ਕਰ ਲੈਣਾ ਨਾ, ਜੇ ਆ ਪਹਿਲੋਂ ਆ ਬੰਦ ਹੋ ਜਾਣਾ, ਫਿਰ ਆ ਬੰਦ ਹੋ ਜਾਣਾ। ਜਿਹੜੀਆਂ ਠੰਡੀਆਂ ਹਵਾਵਾਂ ਲੋਕਾਂ ਨੂੰ ਇਸ ਵੇਲੇ ਸ਼ਾਮ ਨੂੰ ਫਰੀਜ਼ਿੰਗ ਫੀਲ ਦਿੰਦੀਆਂ ਨਾ, ਉਹ ਆ ਦੋ ਕੰਬਲ ਇਹਦੇ ਚ ਆ ਗਏ ਜੀ। ਆ ਦੇਖ ਲਓ ਭਾਜੀ, ਠੰਡ ਵੱਧ ਗਈ, ਪੋਹ ਦਾ ਮਹੀਨਾ ਹਾਂ ਦੋ ਕੰਬਲ ਨੇ, ਗਦੇਲਾ ਲੱਗ ਗਿਆ ਉੱਤੇ, ਇਹਨਾਂ ਨੂੰ ਚਾਦਰ ਵਿਛਾਉਣ ਨੂੰ ਦੇ ਦੇਣੀ ਹੈ ਜੀ। ਤੇ ਭਾਜੀ 2 ਬੰਦੇ ਇਹਦੇ ਚ ਆਰਾਮ ਨਾਲ ਠੰਡ ਦੇ ਵਿੱਚ ਸੌਂ ਜਾਇਆ ਕਰਨਗੇ ਜੀ। ਠੀਕ ਹੈ ਜੀ। ਤੇ ਆ ਭਾਜੀ ਇੱਥੇ ਅੱਜ ਸਾਡੇ ਕੋਲ ਸਾਨੂੰ ਮਿਲੇ ਹੀ ਇੰਨੇ ਸੀ, ਮੈਂ ਹੋਰ ਆਰਡਰ ਕੀਤੇ ਹੋਏ ਨੇ। 51 ਟੈਂਟ ਅੱਜ ਆ ਗਏ ਨੇ ਜੀ, ਤੇ ਮੈਨੂੰ ਲੱਗਦਾ 100 ਟੈਂਟ ਸ਼ਾਇਦ ਸਾਡਾ ਹੋਰ ਛੇਤੀ ਆ ਜਾਏਗਾ। ਇੱਥੇ ਵੀ ਔਰ ਟੀਕਰੀ ਬਾਰਡਰ ਤੇ ਵੀ ਪਹੁੰਚਾਣੇ ਆ। ਜਿੱਦਾਂ ਆਉਂਦੇ ਜਾਣਗੇ, ਮੈਨੂੰ ਤਾਂ ਹੁਣ ਬੜੇ ਲੋਕਾਂ ਦੇ ਫੋਨ ਆਉਣ ਲੱਗੇ ਭਈ ਸਾਡੇ ਤੁਸੀਂ ਵਿੱਚ ਯੋਗਦਾਨ ਪਾਇਆ। ਮੈਂ ਉਹਨਾਂ ਨੂੰ ਕਹਿੰਦਾ ਭਾਈ ਉੱਥੋਂ ਟੈਂਟ ਖਰੀਦੋ, ਗੱਡੀਆਂ ਸਾਡੀਆਂ ਹੈਗੀਆਂ, ਲੱਦ ਕੇ ਲੈ ਜਾਵਾਂਗੇ। ਸੋ ਆਹ ਦੇਖੋ ਭਾਜੀ, ਮੈਨੂੰ ਯੂਨਾਈਟਿਡ ਸਿੱਖਸ ਤੋਂ ਇਹ ਵੀ ਰਿਕੁਆਇਰਮੈਂਟ ਆਈ ਸੀ। ਅੱਜ ਸਾਨੂੰ ਇੰਨੇ ਕੀ ਮਿਲੇ ਆ। ਇਹ 40 ਲੀਟਰ ਹੈ ਭਾਜੀ ਪਾਣੀ ਇਹਦੇ 'ਚ ਆ ਜਾਂਦਾ ਹੈ। ਦੇਸੀ ਗੀਜ਼ਰ ਨੇ, ਇਹਦੇ 'ਚ ਬਾਲਣ ਪਾ ਕੇ ਇਹਨੇ ਸਾਰਾ ਪਾਣੀ ਗਰਮ ਕਰ ਦੇਣਾ ਭਾਜੀ। ਇਹ 10 ਗੀਜ਼ਰ ਸਵੇਰੇ ਇੱਥੇ ਆਨ ਹੋ ਜਾਣਗੇ, ਇੱਥੇ ਲੋਕ ਸੌਣਗੇ ਆਪਣੇ ਗਦੇਲਿਆਂ ਦੇ ਉੱਤੇ ਕੰਬਲ ਲੈ ਕੇ, ਸਵੇਰੇ ਇੱਥੋਂ ਆਪਣਾ ਗਰਮ ਪਾਣੀ ਨਾਲ ਇਸ਼ਨਾਨ ਕਰਕੇ ਨਿਕਲ ਜਾਣਗੇ। ਸੋ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ, ਅੱਜ ਜੇ ਕਿਸੇ ਨੇ ਇੱਥੇ ਆਪਣਾ ਫਰਜ਼ ਅਦਾ ਕਰਨਾ ਹੋਣਾ, ਮਦਦ ਨਹੀਂ ਮੈਂ ਕਵਾਂਗਾ, ਮਦਦ ਤਾਂ ਮਾਲਕ ਹੀ ਕਰਦਾ ਹੈ, ਮਦਦ ਤਾਂ ਉਹ ਵਾਹਿਗੁਰੂ ਹੀ ਕਰਦਾ ਜੀ। ਕੋਈ ਬੰਦਾ ਕਹੇ ਮੈਂ ਆ ਕਰਤਾ ਤੇ ਉਹ ਝੂਠ ਹੈ। ਸੋ ਜੇ ਕਿਸੇ ਨੇ ਆਪਣਾ ਫਰਜ਼ ਅਦਾ ਕਰਨਾ ਆਉਣਾ, ਜਿੱਦਾਂ ਮੈਂ ਆਪਣੇ ਪਿਓ ਦੀ ਗੱਲ ਹੀ ਕਰਾਂ, ਮੇਰੇ ਪਿਓ ਅਗਰ ਡਾਇਬੀਟਿਕ ਹੈ ਤੇ ਮੈਂ ਉਹਨੂੰ ਕਹਾਂ ਬਾਪੂ ਜੀ ਮੈਂ ਜਲੇਬੀਆਂ ਲਿਆਇਆ ਤੁਹਾਡੇ ਵਾਸਤੇ, ਉਹ ਕਹੇਗਾ ਬੇਟਾ ਇਹ ਤਾਂ ਮੈਂ ਤਾਂ ਅੱਗੇ ਹੀ ਬਹੁਤ ਔਖਾ ਬੇਟੇ, ਕੀ ਕਰਨੀਆਂ ਸੀ ਹੈ ਨਾ। ਪਰ ਜੇ ਮੇਰੇ ਬਾਪੂ ਜੀ ਨੂੰ ਉਸ ਵੇਲੇ ਡਾਕਟਰ ਨੇ ਕਿਹਾ ਵੀ ਤੁਸੀਂ ਆਹ ਜਿਹੜਾ ਕਰੇਲਿਆਂ ਦਾ ਜੂਸ ਪੀਓ, ਕਿਉਂ ਨਾ ਮੈਂ 6 ਬੋਤਲਾਂ ਉਹ ਲੈ ਕੇ ਆਵਾਂ, ਫਿਰ ਬਾਪੂ ਜੀ ਕਰੇਲਿਆਂ ਦਾ ਜੂਸ ਪੀਆ ਕਰੋ ਤੁਸੀਂ, ਤੁਹਾਡੀ ਸ਼ੂਗਰ ਕੰਟਰੋਲ 'ਚ ਰਹੇਗੀ। ਸੋ ਜਿਹੜੀ ਰਿਕੁਆਇਰਮੈਂਟ ਹੈ ਇਸ ਵੇਲੇ, ਸਰਦੀ ਬਹੁਤ ਸਿਖਰ ਤੇ ਹੈ ਔਰ ਇਹ ਵਧਣੀ ਹੈ ਜੇ। ਇਸ ਤੋਂ ਬਾਅਦ 1-2 ਬਾਰਿਸ਼ਾਂ ਪੈ ਗਈਆਂ, ਮਾਈਨਸ 'ਚ ਚਲੇ ਜਾਣਾ ਸ਼ਾਮ ਨੂੰ। ਇੱਥੇ ਭਾਜੀ ਜਸਮੀਤ ਜੀ ਇੱਥੇ ਨੇ, ਮੈਨੂੰ ਲੱਗਦਾ 2 ਡਿਗਰੀ ਤੱਕ ਤਾਂ ਆ ਜਾਂਦਾ ਹੋਣਾ ਰਾਤ ਨੂੰ। ਪਾਪਾ ਜੀ ਨੋਟ ਕੀਤਾ, ਅਸੀਂ ਖੁਦ ਲੋਕਾਂ ਦਾ ਗਏ ਹੋਏ ਆ, 2-2 ਡਿਗਰੀ ਤੱਕ ਟੈਂਪਰੇਚਰ ਤੇ ਰਾਤ ਨੂੰ 12 ਵਜੇ ਹੋ ਜਾਂਦਾ ਆ। ਤੇ ਇੱਕ ਵੀਰ ਮੈਨੂੰ ਯਾਦ ਆ, ਉਹ ਲੋਈਆਂ ਲੈ ਕੇ ਵਿਚਾਰੇ ਪਏ ਨੇ ਇੱਥੇ, ਇਹ ਦਿੱਕਤ ਬਹੁਤ ਆ ਰਹੀ। ਹਾਂ ਬਿਲਕੁਲ ਭਾਜੀ, ਤਾਂ ਹੀ ਅਸੀਂ ਆਏ ਆ। ਔਰ ਸਾਡੇ ਸਾਥੀ ਨੇ ਭਾਜੀ, ਪੁਸ਼ਪਿੰਦਰ ਜੀ ਨੇ ਮੇਰੇ ਨਾਲ, ਸਾਰੇ ਸਾਡੇ ਮੁੰਡੇ, ਹਰਪ੍ਰੀਤ ਹੋਣੀ ਇੱਧਰ, ਰਿੰਪੀ ਹੋਣੀ ਕਿੱਧਰ, ਗਗਨ ਹੈ ਮੁੰਡਾ, ਸਾਡਾ ਹਰਮਨ ਹੈ ਮੇਰੇ ਨਾਲ, ਮੇਰੇ ਕਿੱਥੇ ਆ ਲਵਲੀ, ਇੱਧਰ ਆ ਦੇਖੋ ਜੀ, ਇਹ ਮੁੰਡਾ ਸਾਡਾ, ਇਹ ਕੀ ਨਾਮ ਬੇਟਾ ਤੂੰ ਆਪ ਹੀ ਦੱਸ। ਲਵਲੀ ਹੈ ਸਰ, ਮੈਨੂੰ ਸੈਮੂਅਲ ਮਸੀਹ। ਇਹ ਸੈਮੂਅਲ ਮਸੀਹ ਹੈ ਮੁੰਡਾ, ਹੈਨਾ। ਦੇਖੋ ਭਾਜੀ ਹਿੰਦੂ ਭਰਾ ਵੀ ਸਾਡੇ ਇੱਥੇ ਖੜੇ ਨੇ, ਹਾਂਜੀ। ਇਸ ਮੁਸਲਮਾਨ ਭਰਾ ਵੀ ਹੁਣ ਸਾਡੇ ਨਾਲ ਇੱਥੇ ਖੜੇ ਸੀ। ਇਹ ਕ੍ਰਿਸਚਨ ਹੈ ਮੁੰਡਾ। ਇਹ ਮਾਨਵਤਾ ਖੜੀ ਹੈ ਇੱਥੇ, ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੀ ਸਬਾਰਾ ਜੀ, ਉਹ ਖੜੇ ਇੱਥੇ ਇਸ ਵੇਲੇ। ਗੁਰੂ ਸਾਹਿਬ ਨੇ ਜੋ ਸੁਨੇਹਾ ਦਿੱਤਾ ਸੀ ਨਾ, ਉਹ ਇੱਥੇ ਪੁਖਤਾ ਹੋ ਰਿਹਾ ਹੈ। ਸਰਬਜੀਤ ਭਾਜੀ ਕਿੱਥੇ ਗਏ ਭਾਜੀ, ਤੁਸੀਂ ਆ ਜਾਓ ਜੀ, ਮੈਣੀ ਸਾਹਿਬ ਤੋਂ। ਸਰਬਜੀਤ, ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਸਾਰੇ ਲੋਕ ਜੁੜ ਕੇ ਉਹ ਕੰਮ ਕਰ ਰਹੇ ਨੇ ਭਾਜੀ, ਕਿ ਜਿਹਦੇ ਨਾਲ ਇੱਕ ਮਾਨਵਤਾ ਨਾਲ ਜੁੜਿਆ ਸਾਡਾ ਜਿਹੜਾ ਧਰਮ ਹੈ, ਉਹਦੀ ਪ੍ਰੋੜਤਾ ਕਰ ਸਕੀਏ ਅਸੀਂ ਅੱਜ। ਬਿਲਕੁਲ ਕਰ ਸਕੀਏ। ਜੇਕਰ ਅਸੀਂ ਲੱਖਾਂ ਦੀ ਇਕੱਠ ਦੀ ਗੱਲ ਕਰਦੇ ਹਾਂ ਤਾਂ ਇੱਥੇ ਸਿਰਫ ਇੱਕੋ ਧਰਮ ਹੈ, ਇਨਸਾਨੀਅਤ ਦਾ, ਜਾਂ ਕਿਸਾਨੀ ਦਾ ਧਰਮ ਤੇ ਨਿਭਾਇਆ ਜਾ ਰਿਹਾ, ਜੋ ਬਾਬੇ ਨਾਨਕ ਨੇ ਦਿੱਤਾ। ਭਾਜੀ ਕਿਸਾਨੀ ਵਿੱਚ ਹੀ ਤਾਂ ਇਨਸਾਨੀਅਤ ਹੈ। ਬਾਬੇ ਨਾਨਕ ਨੇ ਸਾਰੀ ਦੁਨੀਆ ਦਾ ਸੁਧਾਰ ਕਰਕੇ, 4 ਉਦਾਸੀਆਂ ਕਰਕੇ, ਹਜ਼ਾਰਾਂ ਹੀ ਕਿਲੋਮੀਟਰ, 25-26 ਹਜ਼ਾਰ ਮੇਰੇ ਖਿਆਲ ਨਾ ਜਿਹੜਾ ਪੈਦਲ ਉਹਨਾਂ ਨੇ ਯਾਤਰਾ ਕੀਤੀ ਹੈ। ਉਸ ਤੋਂ ਬਾਅਦ ਆ ਕੇ ਵੀ ਸਾਲਾਂ ਦੇ ਸਾਲ ਉਹਨਾਂ ਨੇ ਖੇਤੀ ਕੀਤੀ ਹੈ ਆ ਕੇ ਕਰਤਾਰਪੁਰ ਸਾਹਿਬ। ਸੋ ਖੇਤੀ ਤੋਂ ਵੱਡਾ ਸਾਡਾ ਕੋਈ ਧਰਮ ਹੀ ਨਹੀਂ। ਸਾਡੀ ਬਾਣੀ 'ਚ ਲਿਖਿਆ ਹੈ ਨਾ, ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚਾਕਰੀ। ਸੋ ਖੇਤੀ ਨੂੰ ਉੱਤਮ ਦੱਸਿਆ ਗੁਰਬਾਣੀ ਵਿੱਚ ਵੀ। ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਵਾਲੇ ਕੀਤਾ ਸੀ, ਔਰ ਅੱਜ ਸਾਡੀਆਂ ਜ਼ਮੀਨਾਂ ਖੋਹਣ ਦੀ ਗੱਲ ਹੋ ਰਹੀ ਹੈ। ਤੇ ਉਹਦਾ ਸੰਘਰਸ਼ ਹੈ। ਆਓ ਸੱਚ ਦੇ ਨਾਲ ਜੁੜੀਏ, ਹਕੀਕਤ ਦੇ ਨਾਲ ਜੁੜੀਏ। ਔਰ ਬੇਨਤੀ ਹੈ ਜਿੰਨੇ ਵੀ ਇੱਥੇ ਆਉਣਾ ਹੈ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਦੇਖਿਆ ਕਿ ਭੀੜ ਬਣ ਗਈ ਹੈ, ਮੁਗਲ ਸਾਡੇ ਤੇ ਜ਼ੁਲਮ ਕਰ ਰਹੇ ਨੇ, ਉਹਨਾਂ ਨੇ ਤਾਕਤ ਕਿਵੇਂ ਇਕੱਠੀ ਕੀਤੀ? ਉਹਨਾਂ ਨੇ ਇੱਕ ਸਾਧ ਸੰਗਤ ਨੂੰ ਸਾਰੀ ਨੂੰ ਕਹਿ ਦਿੱਤਾ
ਕਿ ਜਿੰਨੇ ਵੀ ਇੱਥੇ ਆਉਣਾ ਹੈ ਹੁਣ ਸਾਨੂੰ ਮਿਲਣ ਵਾਸਤੇ, ਉਹ ਕਣਕ ਮੱਕੀ ਝੋਨਾ ਜਾਂ ਇਹ ਚੀਜ਼ਾਂ ਨਾਲ ਲੈ ਕੇ ਆਵੇ। ਰਸਦ ਹੈਗੀ ਹੈ। ਹੁਣ ਜਿੰਨੇ ਆਉਣਾ ਇੱਕ ਇੱਕ ਹਥਿਆਰ ਲੈ ਕੇ ਆਵੇ। ਜੇ ਜੰਗ ਲੜਨੀ ਹੈ ਮੁਗਲਾਂ ਦੇ ਨਾਲ, ਉਦੋਂ ਜਿਹਦੇ ਕੋਲ ਘਰ ਦੇ ਵਿੱਚ ਬਣਿਆ ਕੋਈ ਮਾੜਾ ਮੋਟਾ ਹਥਿਆਰ ਸੀ, ਜੰਗ ਲੜਨ ਵਾਸਤੇ ਉਹਨਾਂ ਨੇ ਦੇਸੀ ਹਥਿਆਰ ਇਕੱਠੇ ਕੀਤੇ, ਉਹਨਾਂ ਨਾਲ ਪਹਿਲਾਂ ਯੁੱਧ ਲੜਿਆ ਸੀ। ਸੋ ਝਗੜਾ ਨਹੀਂ ਹੈ। ਹੁਣ ਤਾਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਉਹ ਕਿਸਾਨ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਕਰ ਰਹੇ ਨੇ, ਉਹਨਾਂ ਨੂੰ ਕਰਨ ਦਿਓ। ਸੋ ਉਸ ਐਜੀਟੇਸ਼ਨ ਦਾ ਹਿੱਸਾ ਬਣੋ, ਸਾਰੇ ਘਰਾਂ ਚੋਂ ਨਿਕਲ ਕੇ ਆਓ। ਮਤ ਸੋਚੋ ਕਿ ਨਹੀਂ ਜਾਵਾਂਗੇ, ਘਰੇ ਬੈਠੇ ਹੀ ਅਗਰ ਕਹੀ ਜਾਵਾਂਗੇ ਅਸੀਂ ਤੁਹਾਡੇ ਨਾਲ ਆ, ਤਾਂ ਉਹਦੇ ਨਾਲ ਗੱਲ ਬਣਨੀ ਨਹੀਂ। ਆਉਣਾ ਸਾਰਿਆਂ ਨੂੰ ਪੈਣਾ। ਆਓ, ਆ ਕੇ ਚਲੇ ਜਾਓ, ਫੇਰ ਆਓ, ਦੂਜਿਆਂ ਨੂੰ ਭੇਜੋ। ਔਰ ਜਿਹੜਾ ਆਪਣਾ ਆਵੇ, ਕਹਿੰਦੇ ਨੇ, ਇੱਕ ਮੈਂ ਤਾਂ ਗੱਲ ਸੁਣਾਈ ਸੀ ਮਹਾਰਾਜ ਵਾਲੀ ਕਿ ਇੱਕ ਮੁੱਠੀ ਚਾਵਲ ਦੇ ਭਾਵੇਂ ਭਰ ਲਿਆਵੇ, ਪਰ ਇਸ ਵੇਲੇ ਚਾਵਲ ਕਣਕ ਦੀ ਲੋੜ ਨਹੀਂ। ਆਵੇ ਤੇ ਭਾਵੇਂ ਜੁਰਾਬਾਂ ਦਾ ਇੱਕ ਜੋੜਾ ਲੈ ਆਵੇ, ਇੱਕ ਮਫਲਰ ਲੈ ਆਵੇ, ਗਲਵਜ਼ ਦਸਤਾਨੇ ਲੈ ਆਓ। ਕੋਈ ਸਾਡੇ ਹਰਿਆਣੇ ਵਾਲੇ ਯੂਪੀ ਵਾਲੇ ਵੀ ਭਰਾ ਫਿਰਦੇ ਨੇ, ਉਹ ਊਨੀ ਟੋਪੀਆਂ ਪਾਉਂਦੇ, ਕੈਪਾਂ ਲੈ ਆਓ। ਕਿਸੇ ਨੂੰ ਠੰਡ ਤੋਂ ਆਉਣ ਲੱਗੇ ਰਸਤੇ 'ਚ 2 ਜਰਾਬਾਂ ਜੋੜੇ ਜ਼ਰੂਰ ਫੜ ਲਿਆ। ਜਿਹਨੇ ਨਹੀਂ ਪਾਈਆਂ ਹੋਣਗੀਆਂ ਉਹਨੂੰ ਕਹੋ ਵੀਰ ਜੀ ਜਰਾਬ ਪਾਓ, ਠੰਡ ਬਹੁਤ ਹੈ। ਲੋਈ, ਚਾਦਰ, ਗੱਦਾ ਇੱਕ ਇੱਕ ਵੀ ਲਿਆਓਗੇ, ਇੱਥੇ ਫੜਾ ਜਾਓ ਕਿਸੇ ਨੂੰ, ਭਾਈ ਆ ਗੱਦਾ ਯਾਰ ਸ਼ਾਮ ਨੂੰ ਕਿਤੇ ਮੇਰਾ ਲਵਾ ਦਿਓ, ਹਨਾ। ਸੋ ਜਿਹੜਾ ਵੀ ਆਵੇ ਵੀ ਜ਼ਰੂਰ ਇਦਾਂ ਦਾ, ਇਸ ਵੇਲੇ ਮਦਦ ਲੈ ਕੇ ਆਵੇ ਇਦਾਂ ਦੀ। ਬਿਲਕੁਲ ਲੈ ਕੇ ਆਵੇ। ਪਰ ਇੱਕ ਦੋ ਸਵਾਲ ਸਿਆਸਤ ਨਾਲ ਜੁੜੇ ਜ਼ਰੂਰ ਲੈਣਾ ਚਾਹਾਂਗੇ। ਅੱਜ ਹੀ ਨਰਿੰਦਰ ਮੋਦੀ ਜੀ ਕਹਿੰਦੇ ਨੇ, ਤੋਮਰ ਸਾਹਿਬ ਵੀ ਲਗਾਤਾਰ ਬਿਆਨ ਦੇ ਰਹੇ ਨੇ ਕਿ ਕਿਸਾਨਾਂ ਦੇ ਫਾਇਦੇ ਲਈ ਆ। ਅੱਜ ਮੋਦੀ ਜੀ ਕਹਿੰਦੇ ਨਜ਼ਰ ਆਏ ਕਿ ਕਿਸਾਨਾਂ ਨੂੰ ਫਾਇਦਾ ਹੋਣਾ ਸ਼ੁਰੂ ਹੋ ਗਿਆ ਖੇਤੀ ਕਾਨੂੰਨਾਂ ਨਾਲ। ਉਹ ਭਾਜੀ ਉਹਨਾਂ ਦੇ ਕੋਈ ਆਪਣੇ, ਉਹਨਾਂ ਨੇ ਕਿਸਾਨ ਕੋਈ ਭਰਤੀ ਕੀਤੇ ਹੋਣੇ ਜਿਨ੍ਹਾਂ ਦੀ ਨੌਕਰੀ ਲਵਾਈ ਹੋਣੀ ਹੈ। ਉਹਨਾਂ ਨੂੰ ਪੁੱਛਦੇ ਨੇ, ਹਾਂ ਸਰ ਹमें तो पैसे मिल गए, आपने जो कहा था ना बोलने के लिए हमने बोल दिया और हमारी पेमेंट आ गई। ਉਹਨਾਂ ਨੂੰ ਫਾਇਦਾ ਹੋਏਗਾ। ਜੇ ਕਿਸਾਨ ਨੂੰ ਫਾਇਦਾ ਹੋਵੇ, ਜਾ ਕੇ ਖੇਤੀ ਕਰੇ ਕਿ ਇੱਥੇ ਨੈਸ਼ਨਲ ਹਾਈਵੇ ਦੇ ਉੱਤੇ ਬਹਿ ਕੇ ਵਿਚਾਰਾ ਜ਼ਮੀਨ ਦੇ ਉੱਤੇ ਠੰਡ 'ਚ ਮਰੇ। ਕਿਹਨੂੰ ਫਾਇਦਾ ਹੋਣਾ ਸ਼ੁਰੂ ਹੋ ਗਿਆ? ਔਰ ਇਹ ਤਾਂ ਕੁਝ ਵੀ ਸਟੇਟਮੈਂਟ ਦੇ ਦਿੰਦੇ ਆ, ਕਹਿੰਦੇ 6 ਮਹੀਨੇ ਹੋ ਗਏ हैं इसको और ਮੰਡੀਆਂ ਤੋਂ ਅਭੀ ਤੱਕ ਬੰਦ ਨਹੀਂ ਹੋਈ। 6 ਮਹੀਨੇ ਕਿੱਥੋਂ ਹੋ ਗਏ? ਪਹਿਲੀ ਗੱਲ ਤਾਂ ਕਾਨੂੰਨ ਹੁਣ ਬਣਿਆ, ਉਸ ਤੋਂ ਬਾਅਦ ਕਿਸਾਨ ਧਰਨਿਆਂ ਤੇ ਆ ਗਏ। ਇਹਨੂੰ 3 ਮਹੀਨੇ ਨਹੀਂ ਹੋਏ ਚੱਜ ਨਾਲ ਅਜੇ, 3 ਮਹੀਨੇ ਤੋਂ ਕਿਸਾਨ ਧਰਨੇ ਤੇ ਆ। ਔਰ ਮੰਡੀਆਂ ਤੁਸੀਂ ਇੰਨੀ ਜਲਦੀ ਬੰਦ ਵੀ ਕਿਵੇਂ ਕਰ ਸਕਦੇ ਹੋ? ਔਰ ਉਸ ਤੋਂ ਬਾਅਦ ਅਜੇ ਤਾਂ ਉਸ ਤੋਂ ਬਾਅਦ ਜਿੰਸ ਹੀ ਨਹੀਂ ਕੋਈ ਆਈ, ਤੇ ਮੰਡੀ ਦਾ ਰੂਪ ਕਿਵੇਂ ਪਤਾ ਲੱਗੇਗਾ? ਔਰ ਤੁਸੀਂ ਮੰਡੀਆਂ ਬੰਦ ਕਰਨੀਆਂ ਹੀ ਨਹੀਂ, ਸਾਨੂੰ ਵੀ ਪਤਾ ਹੈ। ਕਿਸੇ ਬੰਦੇ ਨੂੰ ਜਦੋਂ ਤੁਸੀਂ ਬੱਸ ਦੇ ਵਿੱਚ ਨਹੀਂ ਬਿਠਾਣਾ ਨਾ, ਉਹਦੇ ਕੋਲ ਬੱਸ ਵੀ ਰੋਕ ਲਓ, ਪਰ ਉਹਨੂੰ ਦਿਖਾ ਦਿਓ ਭਾਜੀ ਬੱਸ ਤਾਂ ਸਾਰੀ ਭਰੀ ਹੋਈ ਹੈ। ਅਗਲਾ ਸ਼ਰਮਿੰਦਾ ਹੋ ਕੇ ਆਪੇ ਉਤਰ ਜਾਏਗਾ। ਫਿਰ ਤੁਸੀਂ ਇਹ ਵੀ ਨਹੀਂ ਕਹੋਗੇ ਅਸੀਂ ਤਾਂ ਬੱਸ ਰੋਕੀ ਸੀ ਭਰਾ। ਸ਼ਾਇਦ ਆਪਣੇ ਪੰਜਾਬ ਵਾਲੇ ਨਹੀਂ ਹੋਣੇ, ਕਹਿੰਦੇ ਬੱਸ ਖਾਲੀ ਪਈ ਹੈ। ਆਹੋ, ਬਾਹਰੋਂ ਐਂ ਹੀ ਕਹਿਣਾ ਭਾਈ ਭਰੀ ਹੋਈ ਹੈ ਭਾਈ ਬੱਸ, ਮੈਂ ਨਾ ਬਾਅਦ ਚ ਕਹਿਣਾ ਸੀ ਤਾਂ ਰੋਕੀ ਸੀ ਤੇਰੇ ਕੋਲ। ਤੁਸੀਂ ਅੰਦਰ ਬਿਠਾਣਾ ਨਹੀਂ ਤਾਂ ਉਹਨੂੰ ਜੋ ਮਰਜ਼ੀ ਕਹਿ ਦਿਓ ਤੁਸੀਂ, ਹਨਾ ਜੀ। ਉਹੀ ਗੱਲ ਹੈ, ਤੁਸੀਂ ਮੰਡੀਆਂ ਬੰਦ ਨਹੀਂ ਕਰਨੀਆਂ, ਪਰ ਮੰਡੀਆਂ ਦੀ ਹਵਾ ਕੱਢ ਦੇਣੀ ਹੈ। ਜਾਂਦੀ ਹੈ ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਫ੍ਰੀ ਦਿੱਤੀ ਜਾ ਰਹੀ ਹੈ ਨਾ, ਇਹ ਗੱਲ ਮੰਨ ਲਓ ਕੱਲ ਨੂੰ ਤੁਹਾਨੂੰ ਬਹੁਤ ਮਹਿੰਗੀ ਪੈਣ ਵਾਲੀ ਹੈ। ਬਿਲਕੁਲ ਫ੍ਰੀ ਤਾਂ ਦੁਨੀਆ ਦੇ ਵਿੱਚ ਕੋਈ ਕਿਸੇ ਵੱਲ ਝਾਕਦਾ ਵੀ ਨਹੀਂ। ਫ੍ਰੀ ਜਿਹੜੀ ਚੀਜ਼ ਦਿੱਤੀ ਜਾ ਰਹੀ ਹੈ ਤੁਹਾਨੂੰ ਬਰਬਾਦ ਕਰਨ ਵਾਸਤੇ ਦਿੱਤੀ ਜਾ ਰਹੀ ਹੈ। ਫ੍ਰੀ ਕੀ ਹੁੰਦਾ? ਨਸ਼ਾ, ਜਿਹੜਾ ਪਹਿਲਾਂ ਤੁਹਾਨੂੰ ਲਾ ਦਿੱਤਾ ਜਾਂਦਾ, ਬਾਅਦ ਚ ਬੰਦਾ ਘਰ ਵੇਚ ਕੇ ਵੀ ਕਹਿੰਦਾ ਮੈਨੂੰ ਨਸ਼ਾ ਲਿਆ ਕੇ ਦਿਓ। ਸੋ ਤੁਹਾਨੂੰ ਜਿਹੜੀ ਫ੍ਰੀ ਦਿੱਤਾ ਸੀ ਨਾ ਇਹਨਾਂ ਨੇ, ਇਦਾਂ ਹੀ ਤੁਹਾਡਾ ਹੁਣੇ ਬਰਬਾਦੀ ਕਰਨੀ ਹੈ। ਪਹਿਲਾਂ ਤੁਹਾਨੂੰ ਵੱਧ ਪੈਸਾ ਵੀ ਮਿਲ ਜਾਏਗਾ ਜਿੰਸ ਦਾ, ਬਾਅਦ ਚ ਹਾਲ ਉਹੀ ਹੋਣਾ ਕਿ ਬਿਹਾਰ 'ਚ ਜੋ ਹਾਲ ਹੈ, ਬਿਹਾਰ ਦਾ ਉੱਥੇ ਕਿਸਾਨ ਆਪਣੇ ਖੇਤ 'ਚ ਉਹਨਾਂ ਦੀਆਂ ਲੇਡੀਜ਼ ਕੰਮ ਕਰ ਰਹੀਆਂ, ਉਹ ਪੰਜਾਬ ਦੇ ਖੇਤਾਂ ਜਾ ਕੇ ਮਜ਼ਦੂਰੀ ਕਰ ਰਿਹਾ ਵਿਚਾਰਾ ਬਿਹਾਰ ਦਾ ਕਿਸਾਨ। ਕੁੱਕੀ ਸਾਹਿਬ ਤੁਸੀਂ ਗੱਲ ਕੀਤੀ ਨਸ਼ੇ ਦੀ, ਨਸ਼ੇ ਵਾਲੇ ਹੀ ਕਿਹਾ ਗਿਆ ਸੀ ਪੰਜਾਬ ਦੇ ਨੌਜਵਾਨਾਂ ਨੂੰ, ਖਾਸ ਕਰਕੇ ਇੱਕ ਫਿਲਮ ਵੀ ਬਣ ਗਈ ਸੀਗੀ ਤੇ ਇਹ ਦਰਸਾਇਆ ਗਿਆ ਕਿ ਪੰਜਾਬ ਦੇ ਤੁਸੀਂ ਉਸ ਇਲਾਕੇ 'ਚ ਹੀ ਹੋਣੇ ਹੋ। ਕਿ ਮੈਂ ਮਾਝੇ ਦੀ ਗੱਲ ਕਰ ਲਾਂ, ਤਰਨਤਾਰਨ ਦੇ ਵਿੱਚ ਜ਼ਿਆਦਾਤਰ ਉਹ ਦਿਖਾਇਆ ਜਾਂਦਾ ਸੀ ਕਿ ਨਸ਼ਾ ਹੈ, ਪਰ ਇੱਥੇ ਜਦੋਂ ਆ ਗਏ ਆ ਇਹ ਲੱਗਦਾ ਹੈ ਨਾ ਵੀ ਸਾਰੇ ਕਲੰਕ ਧੋਤੇ ਗਏ ਤੇ ਆਪੋ ਦਾ ਮਹੀਨਾ ਸਾਨੂੰ ਉਹ ਇਤਿਹਾਸ ਵੀ ਯਾਦ ਕਰਾਉਂਦਾ ਕਿ ਅਸੀਂ ਕਿਹਦੇ ਵਾਰਸ ਹਾਂ। ਬਿਲਕੁਲ ਜੀ, ਨਸ਼ਾ ਜਿਵੇਂ ਕਹਾਂ ਨਸ਼ੇ ਦੀ ਇਹ ਨਹੀਂ ਕਿ ਸਮੱਸਿਆ ਨਹੀਂ ਸੀ, ਸੀਗੀ ਪ੍ਰੋਬਲਮ ਬੜੀ ਵੱਡੀ ਸੀ, ਪਰ ਪ੍ਰੋਬਲਮ ਪੈਦਾ ਕੀਤੀ ਗਈ ਸੀ। ਤੁਹਾਡੇ ਬੱਚਿਆਂ ਨੂੰ ਗਾਹਕ ਬਣਾਇਆ ਗਿਆ ਸੀ। ਤੁਹਾਡੇ ਸਾਡੀ ਜਿਹੜੀ ਦਲੇਰੀ ਬੇਬਾਕੀ ਹੈ, ਸਾਡੀ ਫਰਾਖ ਦਿਲੀ ਹੈ, ਉਹਨੂੰ ਇਨਕੈਸ਼ ਕੀਤਾ ਗਿਆ, ਉਹਨੂੰ ਬਰਬਾਦੀ ਦਾ ਰਸਤਾ ਬਣਾਇਆ ਗਿਆ। ਵੀ ਸਾਡੇ ਅੰਦਰ ਬਿਜ਼ਨਸ ਲਿਆ ਕੇ ਪਹਿਲੋਂ ਬੱਚਿਆਂ ਨੂੰ ਇੱਕ ਮਾਰਕੀਟ ਬਣਾਇਆ ਗਿਆ, ਬੱਚਿਆਂ ਨੂੰ ਕੰਜ਼ਿਊਮਰ ਬਣਾਇਆ ਗਿਆ, ਔਰ ਬੱਚੇ ਯੂਥ ਸਾਡਾ ਅੰਦਰੋਂ ਅੰਦਰ ਹੀ ਲੱਗ ਗਿਆ। ਸਾਨੂੰ ਜਦੋਂ ਤੱਕ ਲੇਟ ਪਤਾ ਲੱਗਾ ਉਦੋਂ ਜਨਰੇਸ਼ਨ ਦਾ ਕੁਝ ਹਿੱਸਾ ਇਹਨਾਂ ਦੀ ਮਾਰ ਥੱਲੇ ਆ ਚੁੱਕਾ ਸੀ, ਪਰ ਜਦੋਂ ਅਸੀਂ ਪੱਬਾਂ ਭਾਰ ਹੋਏ ਆ ਅਸੀਂ ਅਗਲੀ ਜਨਰੇਸ਼ਨ ਬਚਾ ਲਈ ਆਪਣੀ, ਔਰ ਅਗਲੀ ਜਿਹੜੀ ਸਾਡੀ ਜਨਰੇਸ਼ਨ ਇਹਦੇ 'ਚ ਸੀਗੀ ਵੀ ਉਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਹੋ ਰਹੀ ਹੈ। ਬੜੇ ਬੱਚੇ ਵਾਪਸ ਮੇਨ ਸਟਰੀਮ 'ਚ ਆ ਚੁੱਕੇ ਨੇ, ਔਰ ਇਹ ਮੈਨੂੰ ਲੱਗਦਾ ਪ੍ਰੋਬਲਮ ਬਹੁਤ ਜਲਦੀ ਪੰਜਾਬ 'ਚ ਅਸੀਂ ਖਤਮ ਕਰ ਦੇਵਾਂਗੇ। ਤੁਸੀਂ ਦੇਖ ਲਓ, ਜਿਹਨੂੰ ਉੜਤਾ ਪੰਜਾਬ ਕਹਿੰਦੇ ਸੀ,
ਆ ਉੱਠਤਾ ਪੰਜਾਬ ਵੀ ਦੇਖ ਲਓ, ਉੱਠ ਪਿਆ ਕਿ ਨਹੀਂ ਪੰਜਾਬ ਸਾਰਾ। ਸੋ ਪੰਜਾਬ ਦੇ ਗੱਭਰੂ ਹੀ ਅੱਗੇ ਲੱਗੇ ਨੇ। ਪਹਿਲਾਂ ਬਾਬੇ ਧਰਨਿਆਂ ਤੇ ਬੈਠੇ ਸੀ ਤੇ ਇਹਨਾਂ ਨੂੰ ਲੱਗਾ ਸੀ ਬਜ਼ੁਰਗ ਬੈਠੇ ਨੇ, ਕੋਈ ਗੱਲ ਨਹੀਂ ਆ ਵੀ ਜਾਣਗੇ ਦਿੱਲੀ ਵੱਲ ਤੇ ਕੀ ਕਰ ਲੈਣਗੇ। ਪਰ ਜਦੋਂ ਦਿੱਲੀ ਵੱਲ ਨੂੰ ਕੂਚ ਕੀਤਾ ਨਾ, ਬਾਬੇ ਤਾਂ ਰਹਿ ਗਏ 3 ਕਿਲੋਮੀਟਰ ਪਿੱਛੇ, ਅੱਗੇ ਯੂਥ ਹੀ ਖੜਾ ਸੀ ਸਾਰਾ। ਔਰ ਮੁੰਡੇ 56 ਇੰਚ ਦੀ ਛਾਤੀ ਲੈ ਕੇ ਖੜੇ ਸੀ, ਹੱਥਾਂ ਨਾਲ ਚੱਕ ਕੇ ਬੈਰੀਕੇਡ ਆ ਮਾਰੇ ਇਹਨਾਂ ਦੇ ਹੱਥਾਂ ਨਾਲ, ਤਾਰਾਂ ਤੋੜਤੀਆਂ ਇਹਨਾਂ ਦੀਆਂ ਕੰਡਿਆਲੀਆਂ ਤਾਰਾਂ। ਸੋ ਇਹ ਯੂਥ ਨੂੰ ਅੰਡਰ ਐਸਟੀਮੇਟ ਕਰ ਗਏ ਸੀ। ਯੂਥ ਨੇ ਦੱਸਤਾ ਵੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਜੇ ਨਵਾਜੇ ਆ, ਬੰਦਾ ਬਹਾਦਰ ਦੇ ਵਾਰਿਸ ਆ। ਬਾਬਾ ਬਘੇਲ ਸਿੰਘ, ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ ਹੁਣਾਂ ਦੇ ਅਸੀਂ ਜਿਹੜੀ ਸਾਨੂੰ ਗੁੜਤੀ ਮਿਲੀ ਹੋਈ ਹੈ। ਸੋ ਇਹ ਕੌਮਾਂ ਕਦੇ ਐ ਖਤਮ ਹੁੰਦੀਆਂ ਨੇ। ਜਾਂਦੇ ਨੇ ਇੱਕ ਸੁਨੇਹਾ ਲਵਾਂਗੇ, ਕਿਉਂਕਿ ਲੰਮਾ ਸਮਾਂ ਪਵੇਗਾ ਸੰਘਰਸ਼ ਦੇ ਵਿੱਚ, ਨਿਰਾਸ਼ਾ ਜ਼ਰੂਰ ਆ ਜਾਂਦੀ ਹੈ ਕਿਤੇ ਨਾ ਕਿਤੇ, ਕਿਉਂਕਿ ਗਤੀਵਿਧੀ ਨਾ ਹੋਵੇ। ਕਿਸ ਤਰੀਕੇ ਨਾਲ ਸੰਜਮ ਰੱਖਿਆ ਜਾਵੇ ਤੇ ਕਿਸ ਤਰੀਕੇ ਦਾ ਨੌਜਵਾਨ ਆਪਦੇ ਆਪ ਨੂੰ ਹੋਰ ਮਜ਼ਬੂਤ ਕਰਨ। ਦੇਖੋ ਬਸ ਜਿਹੜੀ ਗੱਲ ਤੁਸੀਂ ਕਹੀ ਨਾ ਕਿਤੇ ਨਿਰਾਸ਼ਾ ਆ ਜਾਂਦੀ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਨਿਰਾਸ਼ਾ ਹੀ ਨਹੀਂ ਆਉਣ ਦੇਣੀ। ਬਸ ਨਿਰਾਸ਼ਾ ਜਿਹੜੀ ਹੈ ਸਾਨੂੰ ਨਿਵਾਣ ਵੱਲ ਲੈ ਕੇ ਜਾਂਦੀ ਹੈ। ਸਾਡੇ ਪੰਥ ਵਿੱਚ, ਸਾਡੇ ਪੰਜਾਬੀਆਂ ਦੇ ਵਿੱਚ ਨਿਰਾਸ਼ਾ ਦੀ ਥਾਂ ਹੀ ਕੋਈ ਨਹੀਂ। ਜਦੋਂ ਵੀ ਇੱਕ ਦੂਜੇ ਨੂੰ ਮਿਲਦੇ ਆ ਨਾ, ਅਸੀਂ ਹੋਰ ਵੀ ਕੀ ਹਾਲ ਆ, ਚੜ੍ਹਦੀ ਕਲਾ। ਸੋ ਜਿਹੜੀ ਹੈ ਹੀ ਚੜ੍ਹਦੀ ਕਲਾ, ਅਸੀਂ ਆਪਣੀ ਚੜ੍ਹਦੀ ਕਲਾ ਨਹੀਂ, ਅਸੀਂ ਹੱਥ ਜੋੜਦੇ ਹਾਂ ਗੁਰੂ ਸਾਹਿਬ ਅੱਗੇ। ਪਹਿਲੀ ਗੱਲ ਇਹੀ ਕਹਿੰਦੇ ਆ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਸਾਰਿਆਂ ਲਈ ਚੜ੍ਹਦੀ ਕਲਾ ਮੰਗਦੇ ਹਾਂ ਔਰ ਸਰਬੱਤ ਦਾ ਭਲਾ ਮੰਗਦੇ ਹਾਂ। ਸੋ ਇਸ ਕਰਕੇ ਇਹ ਕੌਮ ਨਾ ਤਾਂ ਡਿਪਰੈਸ਼ਨ 'ਚ ਆ ਸਕਦੀ ਹੈ, ਨਾ ਹੀ ਕਦੇ ਇਹਨੇ ਜਾਣਾ, ਨਾ ਹੀ ਕਦੇ ਇਹਨੇ ਨਿਵਾਣ ਵੱਲ ਜਾਣਾ। ਸੋ ਹੋਵੇ, ਮੈਂ ਕਹਾਂਗਾ ਪੰਜਾਬੀਆਂ ਦੀ ਹਮੇਸ਼ਾ ਜੈ ਜੈਕਾਰ, ਪੰਜਾਬੀਆਂ ਦੀ ਹਮੇਸ਼ਾ ਚੜ੍ਹਦੀ ਕਲਾ ਰਵੇ ਔਰ ਇਹ ਮੋਰਚਾ ਫਤਿਹ ਕਰਕੇ ਆਪਾਂ ਸਾਰੇ ਵਾਪਸ ਮੁੜੀਏ। ਸ਼ੁਕਰੀਆ।